बिस्मिल्लाहिर्रहमानिर्रहीम। अस्सलाम वालेकुम नाजरीन, नेमत कदे विच जी आया नाजरीन। अज मैं तुहाडे लई चिकन बिरयानी की बड़ी आसान जी ते जल्द बन जाने वाली रेसिपी लैके आई है, जिहड़ी खाण विच बहुत ज़्यादा मज़ेदार है ते वेखण विच बहुत शानदार है। अज असी चिकन बिरयानी बनावांगे, जिहदे लई तुहानूं जिहड़े ना इंग्रीडिएंट्स जिहड़े चाहीदे ने उहनां नूं तुसीं लै लो। इहदे लई मैं अद्धा किलो चावल लए ने, अद्धा किलो गोश्त लिया आ, 3-4 टमाटर लए ने, एक प्याली भर के टमाटरां दी बल्कि लई है, धनिया पुदीना लिया आ, इमली दा पल्प लिया वा, लसन अदरक लिया वा, नींबू ले ने, बिरयानी मसाला लिया आ, 1 चमचा लाल मिर्चां का पाउडर लिया आ, 1 चमचा जिहड़ा है ना कुटियां लाल मिर्चां का पाउडर लिया, 1 नमक का, 1 हल्दी का, ते नाल असी लै लिया वा बिरयानी मसाला। बिरयानी मसाले तो अलावा जिहड़ा ना फूड कलर येलो कलर का ना पीले रंग का जिहड़ा जरदा रंग हुंदा वो लै लिया। ये तमाम चीज़ां हुण असी इकट्ठियां कर लियां ने। एक हांडी उत्ते चुल्हे ते रख के चावल मैं 2 गिलास स्टील दे जिहड़े आ ना वड्डे लए सी, ਉਹਦੇ ਵਿੱਚ मैं ਜਿਹੜਾ ना 2.5 गिलास पानी पा लेना। नाजरीन मैं ना चावल उबालਣ ਲਈ ना ਉਹਨਾਂ ਨੂੰ ਪਾਣੀ ਦੇ ਵਿੱਚ ਹੀ ਪਕਾਉਣੀ ਆ, ਉਹਨਾਂ ਦਾ ਮੈਂ ਪਾਣੀ ਨਹੀਂ ਲਾਉਂਦੀ ਕਿਉਂਕਿ ਉਹਦੇ ਨਾਲ ਗਜ਼ਾਈਅਤ ਜ਼ਾਇਆ ਹੋ ਜਾਂਦੀ ਹੈ। ਅਗਰ ਸਾਨੂੰ ਤੇ ਚਾਵਲ ਐਸੇ ਚਾਹੀਦੇ ਹੋਣ ਕਿ ਜਿਨ੍ਹਾਂ ਦੇ ਵਿੱਚ ਗਜ਼ਾਈਅਤ ਘੱਟ ਹੋਵੇ ਤੇ ਫਿਰ ਅਸੀਂ ਪਾਣੀ ਨਿਤਾਰ ਸਕਦੇ ਹਾਂ, ਲੇਕਿਨ ਮੈਂ ਹਮੇਸ਼ਾ ਜਿਹੜਾ ਹੈ ਨਾ ਪਾਣੀ ਦੇ ਵਿੱਚ ਹੀ ਚਾਵਲ ਪਕਾਉਣੀ ਹੈ ਤਾਂ ਕਿ ਉਹਦੀ ਗਜ਼ਾਈਅਤ ਜ਼ਾਇਆ ਨਾ ਹੋਏ। ਇਹਦੇ ਉੱਤੇ ਮੈਂ 1 ਚਮਚ ਇਹਦੇ ਵਿੱਚ ਨਮਕ ਪਾ ਲਿਆ ਤੇ ਇੱਕ ਵੱਡਾ ਟੇਬਲ ਸਪੂਨ ਜਿਹੜਾ ਹੈ ਨਾ ਇੱਕ ਵੱਡਾ ਮੱਖਣ ਦਾ ਲੈ ਲਿਆ। ਪਾਣੀ ਨੂੰ ਅਸੀਂ ਉਬਲਣਾ ਰੱਖ ਦਿੱਤਾ ਹੈ। ਪਾਣੀ ਦੇ ਵਿੱਚ ਜਦੋਂ ਉਬਾਲ ਆ ਜਾਏਗਾ ਅਸੀਂ 1 ਘੜੀ ਤੱਕ ਆਪਣੇ ਚਾਵਲ ਇਹਦੇ ਵਿੱਚ ਪਾ ਕੇ ਤੇ ਪਕਾ ਲਵਾਂਗੇ। ਦੂਸਰੀ ਸਾਈਡ 'ਤੇ ਅਸੀਂ ਦੂਸਰੀ ਹਾਂਡੀ ਦੇ ਵਿੱਚ ਜਿਹੜਾ ਨਾ ਬਿਰਯਾਨੀ ਦਾ ਮਸਾਲਾ ਤਿਆਰ ਕਰਨਾ ਹੈ। ਹਾਂਡੀ ਦੇ ਵਿੱਚ 1 ਪਿਆਲੀ ਜਿਹੜੀ ਹੈ ਨਾ ਤੇਲ ਦੀ ਪਾ ਲਈ ਹੈ। ਤੇਲ ਗਰਮ ਹੋ ਜਾਵੇ तेल नूं गरम करके ये मैं जो आधा किलो बारीक प्याज कुट के बारीक कट के लिया सी वो पा लिया, पा के असी इस प्याज नूं भुनांगे। बिरयानी का तुहानूं पता है कि प्याज जिहड़ा ना ब्राउन नहीं किया जाता, हल्का जिहा गुलाबी ब्राउन किया जाता है, क्योंकि असी इहदा ना गोश्त के नाल मसाला बनाउणा हुंदा है। इस वास्ते इहनूं डार्क ब्राउन नहीं किया जाता। प्याज ਨੂੰ ਅਸੀਂ ਅੱਛੀ ਤਰ੍ਹਾਂ ਭੁੰਨ ਲਵਾਂਗੇ। ਜਦੋਂ ਉਹਦਾ ਕੱਚਾਪਨ ਦੂਰ ਹੋ ਜਾਏਗਾ ਤੇ ਫਿਰ ਅਸੀਂ ਇਹਦੇ ਵਿੱਚ ਆਪਣਾ ਨਾ ਗੋਸ਼ਤ ਪਾ ਕੇ ਤੇ ਭੁੰਨ ਲਾਂਗੇ, ਇਹਦਾ ਮਸਾਲਾ ਬਣਾ ਲਵਾਂਗੇ। ਪਿਆਜ਼ ਅੱਛੀ ਤਰ੍ਹਾਂ ਭੁੱਜਣ ਡਿਆ ਆ। ਹੁਣ ਅਸੀਂ ਇਹਦੇ ਵਿੱਚ ਲਸਣ ਤੇ ਅਦਰਕ ਦਾ ਜਿਹੜਾ ਪੇਸਟ ਆ ਉਹ ਪਾ ਕੇ ਤੇ ਉਹਨੂੰ ਥੋੜ੍ਹਾ ਜਿਹਾ ਫਰਾਈ ਕਰ ਲਵਾਂਗੇ ਤਾਂ ਕਿ ਉਹਦਾ ਕੱਚਾਪਨ ਜਿਹੜਾ ਨਾ ਦੂਰ ਹੋ ਜਾਵੇ। दूसरी साइड ਤੇ ਮੇਰੇ ਚਾਵਲਾਂ ਨੂੰ ਉਬਾਲ ਆਉਣਾ ਸ਼ੁਰੂ ਹੋ ਗਿਆ। ਅਸੀਂ ਚਾਵਲਾਂ ਨੂੰ 1-2 ਦਫਾ ਹਿਲਾਵਾਂਗੇ ਤਾਂ ਕਿ ਇੱਕ ਜਗ੍ਹਾ ਜੰਮ ਕੇ ਕੱਚੇ ਪੱਕੇ ਨਾ ਰਹਿ ਜਾਣ। ਚਾਵਲਾਂ ਨੂੰ ਹਿਲਾ ਕੇ ਤੁਸੀਂ ਨਾ 1 ਘਣੀ ਤੱਕ ਜਿਹੜਾ ਨਾ ਅੱਛੀ ਤਰ੍ਹਾਂ ਪਕਾ ਲਓ। ਪਿਆਜ਼ ਭੁੱਜ ਕੇ ਬਰਾਊਨ ਹੋ ਗਿਆ ਵਾ। ਹੁਣ ਇਹਦੇ ਵਿੱਚ ਮੈਂ ਸਾਬਤ ਮਸਾਲਾ ਪਾ ਲਿਆ, ਗੋਸ਼ਤ ਪਾ ਲਿਆ। ਹੁਣ ਇਹਨੂੰ ਅਸੀਂ ਭੁੰਨਾਂਗੇ। ਨਾਲ ਇਹਦੇ ਵਿੱਚ ਅਦਰਕ, ਲਸਣ, ਟਮਾਟਰ, ਮਿਰਚਾਂ ਜਿਹੜੀ ਅਸੀਂ ਮਸਾਲੇ ਲਏ ਸੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਤੇ ਭੁੰਨ ਕੇ ਇਹਦਾ ਇੱਕ ਨਾ ਮਸਾਲਾ ਇੱਕ ਗ੍ਰੇਵੀ ਤਿਆਰ ਕਰ ਲਵਾਂਗੇ ਬਿਰਯਾਨੀ ਲਈ। ਇਸ ਤਰ੍ਹਾਂ ਬਣਾਈ ਹੋਈ ਨਾ ਬਿਰਯਾਨੀ ਜਿਹੜੀ ਨਾ ਬਹੁਤ ਜਲਦੀ ਬਣ ਜਾਂਦੀ ਹੈ, ਬਹੁਤ ਆਸਾਨੀ ਨਾਲ ਬਣ ਜਾਂਦੀ ਹੈ ਤੇ ਬੜੀ ਖੁਸ਼ ਜ਼ਾਇਕਾ ਹੁੰਦੀ ਹੈ। गोश्त मेरा तकरीबन भुज के तैयार हो गया। हम ये प्याली वड्डी भर के टमाटर की लई सी, टमाटर, अदरक, लसन, नमक, मिर्चां जिहड़ियां असीं लईआं सी ਉਹਦੇ ਵਿੱਚ ਪਾ ਲਈਆਂ ਨੇ।
ਇਹਦੇ ਨਾਲ ਹੀ ਇੱਕ ਪਿਆਲੀ ਜਿਹੜੀ ਹੈ ਨਾ ਦਹੀਂ ਦੀ ਪਾ ਲਾਂਗੀ ਮੈਂ। ਬਿਰਿਆਨੀ ਮਸਾਲੇ ਦਾ ਇੱਕ ਪੈਕੇਟ ਪਾ ਲਓ। ਮਸਾਲੇ ਨੂੰ ਤੁਸੀਂ ਆਹਿਸਤਾ ਆਹਿਸਤਾ ਹਿਲਾ ਕੇ ਅੱਛੀ ਤਰ੍ਹਾਂ ਜਿਹੜਾ ਨਾ ਭੁੰਨ ਲਓ। ਹੁਣ ਮੈਂ ਇੱਕ ਪਿਆਲੀ ਦਹੀਂ ਦੀ ਇਹਦੇ ਵਿੱਚ ਪਾ ਲਈ ਹੈ। ਦਹੀਂ ਪਾ ਕੇ ਅਸੀਂ ਮਸਾਲੇ ਨੂੰ ਅੱਛੀ ਤਰ੍ਹਾਂ ਭੁੰਨਾਂਗੇ। ਭੁੰਨ ਕੇ ਉਹਦੇ ਵਿੱਚੋਂ ਨਾ ਉਹਦਾ ਕੱਚਾਪਨ ਦੂਰ ਹੋ ਜਾਏਗਾ ਅਤੇ ਨਾਲੇ ਮਸਾਲਾ ਜਿਹੜਾ ਦਹੀਂ ਜਿਹੜਾ ਹੈ ਨਾ ਇਹਦੇ ਜ਼ਾਇਕੇ ਨੂੰ ਵਧਾਉਂਦਾ ਹੈ। ਨਾਲੇ ਚਾਵਲਾਂ ਨੂੰ ਨਾ ਥੋੜ੍ਹਾ ਜਿਹਾ ਸ਼ਕਲ ਖੜਾ ਰੱਖਦਾ। ਉਹਦੇ ਵਿੱਚ ਖੱਟਾਪਨ ਹੁੰਦਾ ਜਿਹਦੇ ਵਜ੍ਹਾ ਤੋਂ ਨਾ ਚਾਵਲ ਖੜੇ ਰਹਿੰਦੇ ਆ ਅਤੇ ਬੜੀ ਅੱਛੀ ਸ਼ਕਲ ਦੀ ਬਿਰਿਆਨੀ ਤਿਆਰ ਹੋ ਜਾਂਦੀ ਹੈ। 8 ਤੋਂ 10 ਮਿਰਚਾਂ ਜਿਹੜੀਆਂ ਨਾ ਮੈਂ ਸਾਬਤ ਡੰਡੀ ਵਾਲੀਆਂ ਇਹਦੇ ਵਿੱਚ ਪਾਈਆਂ ਨੇ, ਕਿਉਂਕਿ ਉਹ ਬੜੀਆਂ ਖੁਸ਼ ਸ਼ਕਲ ਅਤੇ ਖੂਬਸੂਰਤ ਲੱਗਦੀਆਂ ਨੇ। ਮਸਾਲਾ ਤਕਰੀਬਨ ਸਾਡਾ ਭੁੰਨ ਕੇ ਹੁਣ ਨਾ ਤਿਆਰ ਹੋਣ ਵਾਲਾ। ਹੁਣ ਇਹਦੇ ਵਿੱਚ ਮੈਂ ਇੱਕ ਜਿਹੜਾ ਇਮਲੀ ਦੇ ਗੁੱਦਾ ਜਿਹੜਾ ਅਸੀਂ ਪਿਆਲੀ ਇੱਕ ਲਈ ਸੀ ਉਹ ਪਾ ਲਿਆ ਵਾ। ਇਮਲੀ ਤੁਹਾਨੂੰ ਪਤਾ ਬਿਰਿਆਨੀ ਥੋੜ੍ਹੀ ਜਿਹੀ ਖੱਟੀ ਹੋਏ ਫਿਰ ਹੀ ਅੱਛੀ ਲੱਗਦੀ ਹੈ। ਚਾਵਲ ਸਾਡੇ ਤਕਰੀਬਨ ਤਿਆਰ ਹੋ ਗਏ ਨੇ। ਇਹਨਾਂ ਨੂੰ ਮੈਂ ਹਲਕਾ ਜਿਹਾ ਨਾ ਅੱਗ ਮੱਠੀ ਕਰਕੇ ਅਤੇ ਹੁਣ ਇਹਦੇ ਹਲਕਾ ਜਿਹਾ ਦਮ ਦੇ ਦੇਵਾਂਗੀ ਤਾਂ ਕਿ ਇੱਕ ਕੰਨੀ ਤੱਕ ਜਿਹੜੇ ਆ ਨਾ ਚਾਵਲ ਤਿਆਰ ਹੋ ਜਾਣ। ਬਿਰਿਆਨੀ ਦਾ ਸਾਡਾ ਗੋਸ਼ਤ ਮਸਾਲਾ ਤਕਰੀਬਨ ਤਿਆਰ ਹੋ ਗਿਆ ਵਾ। ਇਹਨੂੰ ਅਸੀਂ ਥੋੜ੍ਹਾ ਜਿਹਾ ਹਲਕਾ ਜਿਹਾ ਛਿੱਟਾ ਮਾਰ ਕੇ ਅਤੇ ਦਮ ਦੇ ਲਿਆ ਸੀ। ਮਸਾਲੇ ਨੂੰ ਹੁਣ ਤੁਸੀਂ ਅੱਧਾ ਮਸਾਲਾ ਜਿਹੜਾ ਹੈ ਨਾ ਇਹਨੂੰ ਕੱਢ ਕੇ ਕਿਸੇ ਡੋਂਗੇ ਦੇ ਵਿੱਚ ਹੈ ਅਤੇ ਬਾਕੀ ਦਾ ਮਸਾਲਾ ਜਿਹੜਾ ਨਾ ਪੇਂਦੇ ਦੇ ਵਿੱਚ ਫੈਲਾ ਕੇ ਅਤੇ ਉਹਦੇ ਵਿੱਚ ਚਾਵਲਾਂ ਦੀ ਤਹਿ ਲਾ ਲਓ। ਮਸਾਲੇ ਦੀਆਂ ਨਾ 2-3 ਤਹਿ ਚਾਵਲਾਂ ਦੇ ਵਿੱਚ ਲਾ ਕੇ ਅਤੇ ਇਹਨੂੰ ਨਾ ਦਮ ਦੇ ਦੇਣਾ। ਆ ਮੈਂ ਹੁਣ ਅੱਧਾ ਮਸਾਲਾ ਜਿਹੜਾ ਹੈ ਨਾ ਇਹਦੇ ਵਿੱਚੋਂ ਇੱਕ ਡੋਂਗੇ ਵਿੱਚ ਕੱਢ ਲੈਣਾ। ਕੱਢ ਕੇ ਅਤੇ ਬਾਕੀ ਦਾ ਜਿਹੜਾ ਮਸਾਲਾ ਹੈ ਉਹਨੂੰ ਉਹਦੇ ਦੇਗਚੀ ਦੇ ਪੇਂਦੇ ਵਿੱਚ ਅੱਛੀ ਤਰ੍ਹਾਂ ਫੈਲਾ ਕੇ ਅਤੇ ਇਹਦੇ ਉੱਤੇ ਚਾਵਲਾਂ ਦੀ ਇੱਕ ਤਹਿ ਲਾ ਲੈਣੀ ਹੈ। ਇਹ ਜਿਹੜੀਆਂ ਨਾ ਕਿੰਨੀਆਂ ਤਹਿਾਂ ਤੁਸੀਂ ਇਹ ਤੁਹਾਡੇ ਚਾਵਲਾਂ ਦੀ ਮਿਕਦਾਰ ਦੇ ਉੱਤੇ ਹੈ ਕਿ ਤੁਸੀਂ ਇਹਦੀਆਂ ਕਿੰਨੀਆਂ ਲੇਅਰਸ ਬਣਾਉਂਦੇ ਜੇ। ਮੇਰੇ ਚੂੰਕਿ ਚਾਵਲ ਜਿਹੜੇ ਨੇ ਸਿਰਫ ਅੱਧਾ ਕਿਲੋ ਨੇ, ਇਸ ਵਾਸਤੇ ਮੈਂ ਇਹਦੀਆਂ 2 ਲੇਅਰਸ ਬਣਾਵਾਂਗੀ। ਹੁਣ ਬਕਾਇਆ ਦਾ ਮਸਾਲਾ ਇਹਦੇ ਵਿੱਚ ਪਾ ਕੇ ਅਤੇ ਬਾਕੀ ਚਾਵਲ ਇਹਦੇ ਉੱਤੇ ਪਾ ਕੇ ਇਹਦੀ ਤਹਿ ਲਾ ਲਓ। ਬਿਰਿਆਨੀ ਬਣਾਉਣ ਦਾ ਇੱਕ ਇੰਤਹਾਈ ਆਸਾਨ ਜਿਹਾ ਤਰੀਕਾ ਹੈ ਜਿਹੜੀ ਬਹੁਤ ਜ਼ਿਆਦਾ ਮਜ਼ੇਦਾਰ ਹੁੰਦੀ ਹੈ ਅਤੇ ਬੱਚੇ ਵੱਡੇ ਮਹਿਮਾਨ ਸਾਰੇ ਜਿਹੜੇ ਆ ਨਾ ਬਹੁਤ ਖੁਸ਼ੀ ਨਾਲ ਇਹਨੂੰ ਖਾਂਦੇ ਨੇ। ਮਸਾਲਿਆਂ ਨੂੰ ਤੇਜ਼ ਕਰਨਾ ਜਾਂ ਹਲਕਾ ਰੱਖਣਾ ਇਹ ਤੁਹਾਡੇ ਆਪਣੇ ਟੇਸਟ ਦੇ ਮੁਤਾਬਕ ਆ। ਮੈਂ ਤਾਂ ਦਰਮਿਆਨੇ ਮਸਾਲੇ ਪਾਉਂਦੀ ਹਾਂ ਤਾਂ ਕਿ ਜਿਹੜੇ ਆ ਨਾ ਖਾਣ ਵਾਲਿਆਂ ਲਈ ਜਿਹੜਾ ਨਾ ਇਹਨੂੰ ਹਜ਼ਮ ਕਰਨਾ ਆਸਾਨ ਹੋਵੇ। ਕਿਉਂਕਿ ਅਗਰ ਬਹੁਤ ਜ਼ਿਆਦਾ ਤੇਜ਼ ਬਿਰਿਆਨੀ ਬਣਾਈ ਹੈ ਤਾਂ ਬੱਚੇ ਫਿਰ ਸ਼ੂ ਕਰਦੇ ਫਿਰਦੇ ਨੇ
ਤੇ ਅੱਛੀ ਤਰ੍ਹਾਂ ਉਹਨਾਂ ਦਾ ਪੇਟ ਵੀ ਨਹੀਂ ਭਰਦਾ। ਚਾਵਲਾਂ ਦੀ ਤਹਿ ਹੁਣ ਮੈਂ ਲਾ ਲਈ ਹੈ। ਤੇ ਨਾਜ਼ਰੀਨ, ਮੈਂ ਹਮੇਸ਼ਾ ਜਿਹੜਾ ਨਾ ਸੁੱਕਾ ਜਿਹੜਾ ਹੈ ਨਾ ਪਾਊਡਰ ਕਲਰ ਉਹ ਉੱਤੇ ਪਾਉਂਦੀ ਆ, ਪਾਣੀ ਵਿੱਚ ਘੋਲ ਕੇ ਨਹੀਂ ਪਾਉਂਦੀ, ਕਿਉਂਕਿ ਇਹ ਜਿਹੜਾ ਨਾ ਪਾਣੀ ਵਿੱਚ ਘੋਲ ਕੇ ਜਿਹੜਾ ਪਾਇਆ ਹੁੰਦਾ ਨਾ ਜ਼ਿਆਦਾ ਫੈਲ ਜਾਂਦਾ ਹੈ ਤੇ ਚਾਵਲਾਂ ਦੀ ਨਾ ਸ਼ਕਲ ਖਰਾਬ ਹੋ ਜਾਂਦੀ ਹੈ। ਹੁਣ ਤੁਸੀਂ ਇਹਦੇ ਉੱਤੇ ਨਿੰਬੂ ਦੀ ਤਹਿ ਲਾ ਲਓ, ਨਿੰਬੂ ਧਨੀਏ ਪੁਦੀਨੇ ਦੀ ਤਹਿ ਲਾ ਲਓ, ਲਾ ਕੇ ਤੇ ਇਹਨੂੰ 5 ਮਿੰਟਾਂ ਲਈ ਦਮ ਲਈ ਦੇ ਦਿਓ। ਨਿੰਬੂ ਇਹਦੇ ਜ਼ਾਇਕੇ ਨੂੰ ਬਹੁਤ ਜ਼ਿਆਦਾ ਵਧਾਉਂਦਾ ਹੈ। ਇਹਨੂੰ ਅਸੀਂ 2-4 ਮਿੰਟ ਦੇ ਨਾਲ ਦਮ ਦੇ ਦੇਵਾਂਗੇ ਬਿਰਿਆਨੀ ਨੂੰ। ਸਾਡੀ ਬਿਰਿਆਨੀ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ। ਹੁਣ ਤੁਸੀਂ ਇਹਨੂੰ ਡਿਸ਼ ਆਊਟ ਕਰੋ, ਸਲਾਦ ਤੇ ਦਹੀਂ ਦੇ ਰਾਇਤੇ ਨਾਲ ਤੁਸੀਂ ਇਹਨੂੰ ਪੇਸ਼ ਕਰੋ। ਤੁਹਾਡੇ ਮਹਿਮਾਨ ਵੀ ਯਕੀਨਨ ਬਹੁਤ ਜ਼ਿਆਦਾ ਖੁਸ਼ ਹੋਣਗੇ ਤੇ ਬੱਚੇ ਤੇ ਘਰ ਦੇ ਅਫਰਾਦ ਵੀ ਬਹੁਤ ਜ਼ਿਆਦਾ ਖੁਸ਼ ਹੋਣਗੇ। ਨਾਜ਼ਰੀਨ, ਸਾਡੀ ਇਹ ਜਿਹੜੀ ਕਾਵਿਸ਼ ਹੈ ਇਹਨੂੰ ਤੁਸੀਂ ਜਿਹੜਾ ਨਾ ਆਪਣੇ ਕਮੈਂਟਸ ਦੇ ਜ਼ਰੀਏ ਜਿਹੜੇ ਨਾ ਸਰਾਇਆ ਕਰੋ ਤੇ ਸ਼ੁਕਰੀਆ ਦਾ ਮੌਕਾ ਦਿਓ।